हाँ जी प्यारे साथियों, साਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜੋੜਾਂ ਦੇ ਦਰਦਾਂ ਦੇ ਉੱਤੇ ਜਾਣਕਾਰੀ ਦਿਆਂਗਾ। ਆਮ ਤੌਰ ਤੇ ਜੋੜਾਂ ਦੇ ਦਰਦ ਤਿੰਨ ਤਰ੍ਹਾਂ ਦੇ ਹੀ ਹੁੰਦੇ ਆ, ਜਿਹਦੇ ਵਿੱਚ ਸਭ ਤੋਂ ਜਿਹੜਾ ਤਰਾਸਦੀ ਵਾਲਾ ਔਰ ਸਭ ਤੋਂ ਜਿਹੜਾ ਭੈੜਾ ਜੋੜਾਂ ਦਾ ਦਰਦ ਹੈ ਉਹਨੂੰ ਆਪਾਂ ਗਠੀਆ ਬਾਈ ਕਹਿ ਦਿੰਦੇ ਆ ਜਾਂ ਰਿਊਮੇਟਾਇਡ ਆਰਥਰਾਈਟਿਸ ਕਹਿੰਦੇ ਆ। ਜਿਹੜਾ ਆਮ ਤੌਰ ਤੇ ਗੋਡਿਆਂ ਨੂੰ ਪਕੜਦਾ ਹੈ। 40-45 ਸਾਲ ਤੋਂ ਬਾਅਦ ਥੋੜ੍ਹੇ ਗੋਡੇ ਦੁਖਣ ਲੱਗ ਜਾਂਦੇ ਆ, ਮੋਢੇ ਦੁਖਣ ਲੱਗ ਜਾਂਦੇ ਆ, 60-65 ਤੱਕ ਜਾਂਦੇ ਆ, ਗੋਡੇ ਡੈਮੇਜ ਹੋਣ ਲੱਗ ਜਾਂਦੇ ਆ, ਰੀੜ੍ਹ ਦੀ ਹੱਡੀ ਦੇ ਵਿੱਚ ਮਣਕਿਆਂ 'ਚ ਨੁਕਸ ਪੈ ਜਾਂਦਾ ਹੈ। ਉਹ ਆਮ ਤੌਰ ਤੇ ਦੂਸਰੀ ਕੈਟਾਗਰੀ ਹੁੰਦੀ ਹੈ, ਜਿਹਨੂੰ ਆਪਾਂ ਓਸਟੀਓਆਰਥਰਾਈਟਿਸ ਕਹਿੰਦੇ ਆ ਜਾਂ ਸੰਧੀਵਾਤ ਕਹਿੰਦੇ ਆ ਜਾਂ ਸਧਾਰਨ ਤੌਰ ਤੇ ਵਾਈ ਦਾ ਦਰਦ ਕਹਿ ਦਿੰਦੇ ਆ। ਤੀਸਰਾ ਹੁੰਦਾ ਹੈ ਯੂਰਿਕ ਐਸਿਡ ਨਾਲ ਹੋਣ ਵਾਲਾ ਦਰਦ, ਜਿਸ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਜਿਹੜਾ ਪ੍ਰੋਟੀਨ ਖਾ ਰਹੇ ਹੁੰਦੇ ਆ ਉਸ ਤੋਂ ਯੂਰਿਕ ਐਸਿਡ ਬਣਦਾ ਹੈ, ਔਰ ਉਹ ਯੂਰਿਕ ਐਸਿਡ ਜਿਹੜਾ ਹੈ ਗਿੱਟਿਆਂ ਦੇ ਵਿੱਚ ਜਾ ਕੇ ਜਾਂ ਸਾਡੀ ਗੁੱਟ ਦੇ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਮੋਢੇ 'ਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਤਿੱਖਾ ਦਰਦ ਹੁੰਦਾ ਹੈ। ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਦਰਦ ਦੇ ਨਾਲ ਨਾਲ ਸਕਿਨ ਦੇ ਉੱਤੇ ਬਰਨਿੰਗ ਸੈਂਸੇਸ਼ਨ ਜਾਂ ਜਲਨ ਦਾ ਅਹਿਸਾਸ ਹੁੰਦਾ ਹੈ ਜਾਂ ਸਾੜ ਪੈਣ ਦਾ ਅਹਿਸਾਸ ਹੁੰਦਾ ਹੈ। ਸਿਆਣੇ ਲੋਕਾਂ ਦੇ ਵਿੱਚ ਇਹ ਗਿੱਟਿਆਂ ਨੂੰ, ਪੈਰ ਦੇ ਗਿੱਟਿਆਂ ਨੂੰ, ਪੈਰਾਂ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਹੈ। ਕਈ ਵਾਰੀ ਅੰਗੂਠੇ ਦੀ ਜਾਂ ਅੰਗੂਠੇ ਦੇ ਨਾਲ ਦੀ ਉਂਗਲ ਉਹ ਬੜੀ ਤਿੱਖੀ ਦਰਦ ਹੁੰਦੀ ਹੈ ਔਰ ਬੜਾ ਮੱਚਦੀ ਹੈ। ਸੋ ਇਹ ਮੇਨ ਤਿੰਨ ਤਰ੍ਹਾਂ ਦੇ ਜਿਹੜੀਆਂ ਇਹ ਜੋੜਾਂ ਦੇ ਦਰਦਾਂ ਨੇ। ਇਹਨਾਂ ਤੋਂ ਇਲਾਵਾ ਵੀ ਕੁਝ ਦਰਦਾਂ ਹੋ ਸਕਦੀਆਂ ਨੇ, ਜਿਵੇਂ ਜਣੇਪੇ ਤੋਂ ਬਾਅਦ ਦੀਆਂ ਦਰਦਾਂ, ਖੂਨ ਦੀ ਘਾਟ ਨਾਲ ਪੈਣ ਵਾਲੀਆਂ ਦਰਦਾਂ, ਜਾਂ ਕੈਲਸ਼ੀਅਮ ਵਿਟਾਮਿਨ ਡੀ ਦੀ ਘਾਟ ਨਾਲ ਹੋਣ ਵਾਲੀ ਜੋੜਾਂ ਦੇ ਦਰਦ, ਜਾਂ ਬਹੁਤ ਜ਼ਿਆਦਾ ਐਗਜ਼ਰਸ਼ਨ ਕਰਨ ਤੋਂ ਬਾਅਦ ਹੋਣ ਵਾਲੀ ਜੋੜਾਂ ਦੇ ਦਰਦ, ਜਾਂ ਕੋਈ ਹੋਰ ਇੱਦਾਂ ਦਾ ਆਟੋਇਮਿਊਨ ਡਿਜ਼ੀਜ਼ ਜਿਵੇਂ ਐਂਕਲਾਈਜ਼ਿੰਗ ਸਪੌਂਡੀਲਾਈਟਿਸ। ਉਹ ਵੀ ਜੋੜਾਂ ਦੀਆਂ ਦਰਦਾਂ ਹੀ ਨੇ, ਪਰ ਉਹਦੇ 'ਚ ਕੁਝ ਹੋਰ ਆਟੋਇਮਿਊਨ ਰੀਜ਼ਨਸ ਹੈ। ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੀਆਂ ਆਟੋਇਮਿਊਨ ਬਿਮਾਰੀਆਂ ਜਿਨ੍ਹਾਂ ਦੇ ਕਰਕੇ ਅਲੱਗ-ਅਲੱਗ ਕਿਸਮ ਦੀ ਜੋੜਾਂ ਦੀਆਂ ਦਰਦਾਂ ਹੋ ਸਕਦੀਆਂ। ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਹ ਜੋੜਾਂ ਦੇ ਦਰਦਾਂ ਜਿਹੜੀਆਂ ਵਾਈ ਦੀਆਂ ਦਰਦਾਂ ਨੇ, ਜਿਹਦੇ ਨਾਲ ਸਾਨੂੰ ਸਰਵਾਈਕਲ ਜਾਂ ਡਿਸਕ ਦੀ ਦਰਦ ਰਹਿਣ ਲੱਗ ਜਾਂਦੀ ਹੈ, ਜਾਂ ਚੂਲੇ ਤੋਂ ਲੈ ਕੇ ਨੀਚੇ ਲੱਤ ਤੱਕ ਜਿਹੜੀ ਦਰਦ ਜਾਂਦੀ ਹੈ। ਆਮ ਤੌਰ ਤੇ ਉਸ ਜਿਹੜੀ ਦਰਦ ਦੀ ਇਲਾਮਤ ਹੈ ਉਹਦਾ ਸੰਬੰਧ ਵਾਈ ਦੀਆਂ ਦਰਦਾਂ ਨਾਲ ਹੁੰਦਾ ਜਾਂ ਓਸਟੀਓਆਰਥਰਾਈਟਿਕ ਚੇਂਜਿਸ ਨਾਲ ਹੁੰਦਾ ਹੈ। ਕਿਸੇ ਕੇਸਿਸ ਦੇ ਵਿੱਚ ਰਿਊਮੇਟਾਇਡ ਆਰਥਰਾਈਟਿਸ ਜਾਂ ਗਠੀਆ ਵੀ ਹੋ ਸਕਦਾ ਹੈ। ਗਠੀਆ ਦੀ ਸਮੱਸਿਆ ਹੋਣ ਨਾਲ ਰੋਗ ਜ਼ਿਆਦਾ ਪੇਚੀਦਾ ਹੋ ਜਾਂਦਾ ਹੈ, ਰੋਗੀ ਜ਼ਿਆਦਾ ਬਿਮਾਰ ਰਹਿਣ ਲੱਗ ਜਾਂਦਾ ਹੈ, ਰੋਗੀ ਨੂੰ ਬੁਖਾਰ, ਉਹਦਾ ਖੂਨ ਘਟ ਜਾਣਾ, ਸਰੀਰ ਦੇ ਵਿੱਚ ਸੋਜਾਂ ਹੋ ਜਾਣਾ, ਜੋੜਾਂ ਦੇ ਵਿੱਚ ਬਹੁਤ ਅਕੜਾਹਟ ਤੇ ਦਰਦ ਹੋਣਾ, ਇਹ ਗਠੀਆ ਦੀਆਂ ਨਿਸ਼ਾਨੀਆਂ ਨੇ। ਓਸਟੀਓਆਰਥਰਾਈਟਿਸ ਜਿਹੜਾ ਹੈ, ਜਿਹਨੂੰ ਆਪਾਂ ਵਾਈ ਕਹਿੰਦੇ ਆ, ਉਸ ਦੇ ਵਿੱਚ ਜਕੜਨ ਹੁੰਦੀ ਹੈ, ਪਰ ਜਕੜਨ ਸਮੇਂ ਦੇ ਨਾਲ ਠੀਕ ਹੋ ਜਾਂਦੀ ਹੈ, ਔਰ ਜਦੋਂ ਦਿਨ ਵੇਲੇ ਐਕਟਿਵ ਹੁੰਦਾ ਹੈ ਤਾਂ ਉਹਨੂੰ ਬਿਲਕੁਲ ਐਂ ਲੱਗਦਾ ਕਿ ਮੈਨੂੰ ਕੋਈ ਦਰਦ ਨਹੀਂ ਹੈ। ਫਿਰ ਰਾਤ ਨੂੰ ਜਦੋਂ ਪੈਂਦਾ ਉਹਨੂੰ ਦਰਦਾਂ ਫੇਰ ਸ਼ੁਰੂ ਹੋ ਜਾਂਦੀਆਂ, ਜਾਂ ਕਈ ਵਾਰੀ ਰਾਤ ਨੂੰ ਦਰਦਾਂ ਜਿਹੜੀਆਂ ਪੈਂਦੀਆਂ ਉਸ ਤੋਂ ਉਹ ਰਾਤ ਨੂੰ ਠੀਕ ਹੋ ਜਾਂਦਾ, ਰਾਤ ਨੂੰ ਦਰਦਾਂ ਨਹੀਂ ਪੈ ਰਹੀਆਂ ਹੁੰਦੀਆਂ, ਪਰ ਸਵੇਰੇ ਜਦੋਂ ਉੱਠਦਾ ਤਾਂ ਉਹਨੂੰ ਲੱਗਦਾ ਕਿ ਮੈਨੂੰ ਬਹੁਤ ਦਰਦਾਂ ਹੋ ਰਹੀਆਂ, ਗੋਡਿਆਂ 'ਚ ਦਰਦ ਹੈ, ਮੇਰੇ ਗਿੱਟੇ 'ਚ ਦਰਦ ਹੈ, ਜਾਂ ਕੋਹਣੀ 'ਚ ਦਰਦ ਹੈ, ਜਾਂ ਕਮਰ 'ਚ ਦਰਦ ਹੈ। ਇਹ ਆਮ ਤੌਰ ਤੇ ਓਸਟੀਓਆਰਥਰਾਈਟਿਸ ਹੁੰਦਾ ਹੈ। ਤੀਜਾ ਤੁਹਾਨੂੰ ਮੈਂ ਯੂਰਿਕ ਐਸਿਡ ਦੱਸਿਆ, ਇਹਦੀ ਇਲਾਮਤਾਂ ਇਹੀ ਹੈ ਦੋਸਤੋ ਕਿ ਇਹ ਜਿਹੜਾ ਮਤਲਬ ਤਿੱਖਾ ਦਰਦ ਹੁੰਦਾ ਹੈ ਔਰ ਮਚਣ ਵਾਲਾ ਦਰਦ ਹੁੰਦਾ ਹੈ। ਇਹ ਉਨਾ ਹਾਨੀਕਾਰਕ ਨਹੀਂ ਹੁੰਦਾ ਜਿੰਨੇ ਕਿ ਬਾਕੀ ਇਹ ਜਿਹੜੇ ਦੋ ਨੇ ਇਹ ਜ਼ਿਆਦਾ ਹਾਨੀ ਕਰਦੇ ਆ। ਪਰ ਯੂਰਿਕ ਐਸਿਡ ਨੂੰ ਵੀ ਅਣਗੌਲਿਆ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਖੂਨ ਦੇ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧੀ ਰਹਿੰਦੀ ਤਾਂ ਉਹਦੇ ਨਾਲ ਯੂਰਿਕ ਐਸਿਡ ਦੇ ਸਟੋਨ ਸਾਡੀ ਕਿਡਨੀ ਦੇ ਵਿੱਚ ਪੱਥਰੀਆਂ ਬਣ ਸਕਦੀਆਂ। ਸੋ ਆਪਾਂ ਇਹ ਤਿੰਨੋਂ ਜਿਹੜੇ ਰੋਗ ਹੈ, ਇਹਨਾਂ ਤਿੰਨਾਂ ਦੀਆਂ ਦਵਾਈਆਂ ਵੱਖਰੀਆਂ ਨੇ, ਇਹਨਾਂ ਦੇ ਪਰਹੇਜ਼ ਵੱਖਰੇ ਨੇ, ਇਹਨਾਂ ਤਿੰਨਾਂ ਦੇ ਇਲਾਜ ਵੱਖਰੇ ਹੈ, ਇਹਨਾਂ ਦੇ ਵਿੱਚ ਖਾਣ ਪੀਣ ਦਾ ਜਿਹੜਾ ਪਰਹੇਜ਼ ਹੈ ਉਹ ਵੀ ਵੱਖਰਾ ਹੈ। ਜਿਵੇਂ ਫੋਰ ਐਗਜ਼ਾਮਪਲ ਰਿਊਮੇਟਾਇਡ ਆਰਥਰਾਈਟਿਸ, ਇਹ ਅਸਲ 'ਚ ਕਿਉਂ ਹੁੰਦਾ ਹੈ, ਯਾਨੀ ਗਠੀਆ ਵਾਈ ਕਿਉਂ ਹੁੰਦਾ ਹੈ? ਜਦੋਂ ਸਾਡੇ ਆਪਣੇ ਸਰੀਰ ਦੇ ਵਿੱਚ ਸਾਡੇ ਆਪਣੇ ਸੈੱਲ ਇਸ ਗੱਲ ਨੂੰ ਨਹੀਂ ਪਛਾਣ ਪਾਉਂਦੇ ਕਿ ਬਾਹਰੋਂ ਹਮਲਾ ਹੋ ਰਿਹਾ ਜਾਂ ਸਾਡੀ ਜਿਹੜੀ ਬਿਮਾਰੀ ਪੈਦਾ ਕਰਨ ਵਾਲੇ ਅੰਸ਼ ਹੈ ਉਹ ਸਾਡੇ ਸਰੀਰ ਦੇ ਹੀ ਨੇ, ਤਾਂ ਜਦੋਂ ਉਹ ਆਪਣੇ ਸਰੀਰ ਦੇ ਜਿਹੜੇ ਮਿੱਤਰ ਹੈ, ਆਪਣੇ ਸਰੀਰ ਦੇ ਜਿਹੜੇ ਸਹਾਇਕ ਅੰਸ਼ ਹੈ, ਉਹਨਾਂ ਨੂੰ ਹੀ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੇ ਆ, ਤਾਂ ਕੁਝ ਇਸ ਤਰ੍ਹਾਂ ਦੇ ਸੈੱਲਸ ਵਿੱਚ ਪ੍ਰੋਟੀਨਸ ਬਣ ਜਾਂਦੇ ਆ ਬਾਡੀ ਦੇ ਅੰਦਰ, ਜਿਹੜੇ ਕਿ ਉਸ ਦੋਸਤ ਨੂੰ ਵੀ ਦੁਸ਼ਮਣ ਸਮਝ ਲੈਂਦੇ ਆ। ਤਾਂ ਇਸ ਨੂੰ ਆਟੋ ਇਮਿਊਨ ਡਿਜ਼ੀਜ਼ ਕਹਿੰਦੇ ਆ ਕਿ ਸਾਡੀ ਆਪਣੇ ਹੀ ਬਿਮਾਰੀ ਨਾਲ ਲੜਨ ਵਾਲੇ ਜਿਹੜੇ ਸੈੱਲ ਹੈ ਉਹ ਸਾਡੇ ਆਪਣੇ ਬਾਕੀ ਸੈੱਲਾਂ ਨਾਲ ਲੜਨ ਲੱਗ ਪਏ। ਇਸ ਨੂੰ ਆਪਾਂ ਆਟੋਇਮਿਊਨ ਡਿਜ਼ੀਜ਼ ਕਹਿ ਦਿੰਦੇ ਆ, ਜਾਂ ਆਪੋ ਮੁਹਾਰੇ ਸਾਡੇ ਅੰਦਰੋਂ ਹੀ ਪੈਦਾ ਹੋਣ ਵਾਲੀ ਬਿਮਾਰੀ ਕਹਿ ਦਿੰਦੇ ਆ। ਰੂਮੇਟਾਇਡ ਆਰਥਰਾਈਟਿਸ ਦਾ ਸੰਬੰਧ ਇਸੇ ਕੈਟਾਗਰੀ ਨਾਲ ਹੈ।
ਦੂਸਰਾ ਇਸ ਦਾ ਇੱਕ ਹੋਰ ਐਕਸਪਲੇਨੇਸ਼ਨ ਹੈ ਜੋ ਕਿ ਬਿਲਕੁਲ ਸਹੀ ਵੀ ਹੈ ਕਿ ਜੋ ਵੀ ਅਸੀਂ ਭੋਜਨ ਖਾਂਦੇ ਹਾਂ ਉਸ ਤੋਂ ਜੋ ਵੀ ਮੈਟਾਬੋਲਿਕ ਪ੍ਰੋਸੈਸਿਸ ਹੁੰਦੇ ਆ ਉਸ ਦੇ ਦੌਰਾਨ ਜੋ ਟੌਕਸਿਨਸ ਬਣਦੇ ਆ, ਜੋ ਜ਼ਹਿਰੀਲੇ ਤੱਤ ਬਣਦੇ ਆ, ਉਹ ਸਾਡੇ ਸਰੀਰ ਦੇ ਅੰਦਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਉਹਨਾਂ ਦਾ ਜਿਹੜਾ ਮੈਟਾਬੋਲਿਜ਼ਮ ਹੈ ਉਹ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ ਹੁੰਦਾ, ਜਿਸ ਦੇ ਕਰਕੇ ਸਰੀਰ ਦੇ ਵਿੱਚ ਇਸ ਤਰ੍ਹਾਂ ਦੇ ਉਪਦਰਵ ਪੈਦਾ ਹੁੰਦੇ ਆ, ਇਸ ਤਰ੍ਹਾਂ ਦੇ ਰਿਐਕਸ਼ਨਸ ਪੈਦਾ ਹੋ ਜਾਂਦੇ ਆ ਕਿ ਉਸ ਵਿਸ਼ ਨੂੰ ਨਿਊਟਰਲਾਈਜ਼ ਕਰਨ ਲਈ ਸਾਡੀ ਬਾਡੀ ਓਵਰ ਰਿਐਕਟ ਕਰਦੀ ਹੈ, ਜ਼ਿਆਦਾ ਕੰਮ ਕਰਦੀ ਹੈ ਔਰ ਇਸ ਤਰ੍ਹਾਂ ਦੇ ਅੰਸ਼ ਪੈਦਾ ਕਰ ਦਿੰਦੀ ਹੈ ਜਿਹਦੇ ਨਾਲ ਉਹਨਾਂ ਦੀ ਆਪਸ 'ਚ ਲੜਾਈ ਹੋ ਜਾਂਦੀ ਹੈ ਔਰ ਲੜਾਈ ਹੋਣ ਦੇ ਨਾਲ ਸਰੀਰ ਨੂੰ ਸੋਜਾਂ ਪੈਣਾ, ਸਰੀਰ 'ਚ ਦਰਦ ਹੋਣਾ, ਸਰੀਰ 'ਚ ਬੁਖਾਰ ਹੋਣਾ, ਸਰੀਰ ਦੇ ਵਿੱਚ HP ਘਟ ਜਾਣਾ, ਮਾਸ ਆਪਣਾ ਵਜ਼ਨ ਘਟਣਾ ਸ਼ੁਰੂ ਹੋ ਜਾਣਾ, ਇਹ ਸਭ ਹੋ ਸਕਦਾ ਹੈ। ਸੋ ਜਿਹੜਾ ਗਠੀਆ ਵਾਈ ਹੈ ਉਹ ਜ਼ਿਆਦਾ ਜਟਿਲ ਹੈ, ਉਹ ਖੂਨ ਦੇ ਸਤਰ ਤੇ ਵੀ ਜਟਿਲ ਹੈ ਔਰ ਉਹ ਆਪਣੇ ਭੋਜਨ ਨੂੰ ਪਾਚਨ ਦੀ ਜਿਹੜੀ ਸ਼ਕਤੀ ਹੈ ਉਸ ਦੇ ਸਤਰ ਤੇ ਵੀ ਉਸ ਦੇ ਉੱਤੇ ਕੰਮ ਕਰਨਾ ਪੈਂਦਾ ਹੈ। ਸੋ ਗਠੀਆ ਵਾਈ ਜਿਹੜਾ ਉਹ ਬੜੇ ਧਿਆਨ ਨਾਲ ਸੁਚੇਤ ਹੋ ਕੇ ਕਿਸੇ ਚੰਗੇ ਯੋਗ ਡਾਕਟਰ ਤੋਂ ਹੀ ਉਹਦਾ ਇਲਾਜ ਕਰਾਉਣਾ ਚਾਹੀਦਾ ਹੈ। ਆਪ ਮੁਹਰੇ ਮਨ ਮਰਜ਼ੀ ਦੀਆਂ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ ਜਾਂ ਇੱਧਰੋਂ ਉੱਧਰੋਂ ਵੀਡੀਓ ਦੇਖ ਕੇ ਫਾਰਮੂਲੇ ਲੱਭ ਕੇ ਨਹੀਂ ਅਪਣਾਉਣੇ ਚਾਹੀਦੇ। ਔਰ ਰਿਊਮੇਟੋਇਡ ਆਰਥਰਾਈਟਿਸ ਯਾਨੀ ਗਠੀਆ ਇਹ ਲੰਬਾ ਚੱਲਣ ਵਾਲਾ ਰੋਗ ਹੈ, ਇਹ 2-4 ਮਹੀਨੇ 'ਚ ਠੀਕ ਹੋਣ ਵਾਲਾ ਰੋਗ ਨਹੀਂ ਹੈ ਔਰ ਇਸ ਨੂੰ ਬੜੀ ਤਰੀਕੇ ਨਾਲ ਹੀ ਠੀਕ ਕਰਨਾ ਚਾਹੀਦਾ। ਨਾ ਤਾਂ ਬਹੁਤ ਤੇਜ਼ ਦਵਾਈਆਂ ਦੇਣੀਆਂ ਚਾਹੀਦੀਆਂ, ਨਾ ਹੀ ਇਹੋ ਜਿਹੀਆਂ ਦਵਾਈਆਂ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਬਹੁਤ ਹਲਕੀਆਂ ਹੋਣ ਤੇ ਮਰੀਜ਼ ਨੂੰ ਪਤਾ ਹੀ ਨਾ ਲੱਗੇ ਕਿ ਕੀ ਹੋ ਰਿਹਾ, ਜਾਂ ਉਹਨੂੰ ਇੰਨੀ ਕੁ ਦਰਦ ਹੋਏ ਕਿ ਉਹ ਆਪਣਾ ਡਾਕਟਰ ਜਾਂ ਆਪਣਾ ਜਿਹੜਾ ਪ੍ਰੈਕਟੀਸ਼ਨਰ ਹੈ ਉਹਨੂੰ ਛੱਡ ਕੇ ਕਿਸੇ ਹੋਰ ਵੈਦ ਹਕੀਮ ਕੋਲ ਜਾਂ ਕਿਸੇ ਹੋਰ ਪ੍ਰੈਕਟੀਸ਼ਨਰ ਕੋਲ ਚਲਾ ਜਾਏ। ਸੋ ਜਿਹੜਾ ਵੀ ਤੁਸੀਂ ਇਲਾਜ ਕਰਵਾਓ ਉਹਦੇ ਪਿੱਛੇ ਤੁਹਾਡਾ ਵਿਜ਼ਨ ਹੋਣਾ ਚਾਹੀਦਾ ਕਿ ਉਹ ਮੈਨੂੰ ਰੋਗ ਕੀ ਹੈ ਔਰ ਇਹਦਾ ਇਲਾਜ ਥੋੜਾ ਚੱਲੇਗਾ ਕਿ ਲੰਬਾ ਚੱਲੇਗਾ, ਇਹ ਸੈਲਫ ਕੰਟਰੋਲ ਹੋਣ ਵਾਲਾ ਆਪਣੇ ਆਪ ਕੰਟਰੋਲ ਵਾਲੀ ਬਿਮਾਰੀ ਹੈ ਜਾਂ ਅੱਗੇ ਚੱਲ ਕੇ ਹੋਰ ਮੈਨੂੰ ਤੰਗ ਕਰਨ ਵਾਲੀ ਬਿਮਾਰੀ ਹੈ। ਉਹ ਜਦੋਂ ਤੁਹਾਡਾ ਆਪਣਾ ਵਿਜ਼ਨ ਹੋ ਜਾਏਗਾ, ਤੁਹਾਨੂੰ ਇੱਕ ਕਲੈਰਿਟੀ ਆਏਗੀ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਸਮਝਾ ਸਕੋਗੇ ਔਰ ਆਪਣਾ ਜਿਹੜਾ ਇਲਾਜ ਸਹੀ ਤਰੀਕੇ ਨਾਲ ਕਰਾ ਸਕੋਗੇ। ਉਂਝ ਰਿਊਮੇਟੋਇਡ ਆਰਥਰਾਈਟਿਸ ਦੇ ਵਿੱਚ ਯਾਨੀ ਗਠੀਆ ਵਾਈ ਦੇ ਵਿੱਚ ਸੁੰਡ ਦਾ, ਲਸਣ ਦਾ, ਅਦਰਕ ਦਾ ਬਹੁਤ ਚੰਗਾ ਪ੍ਰਯੋਗ ਹੈ, ਕਾਲੀ ਮਿਰਚ ਦਾ ਬਹੁਤ ਚੰਗਾ ਪ੍ਰਯੋਗ ਹੈ। ਕਈ ਇਸ ਤਰ੍ਹਾਂ ਦੀਆਂ ਆਯੁਰਵੈਦਿਕ ਦਵਾਈਆਂ ਨੇ ਜਿਵੇਂ ਕਿ ਵਾਤ ਗੰਜਾਕੁਸ਼ ਰਸ, ਵਾਤ ਕੁਲਾਂਤਕ ਰਸ, ਮਹਾਯੋਗਰਾਜ ਗੁੱਗੁਲ, ਕੈਸ਼ੋਰ ਗੁੱਗੁਲ, ਸਿੰਘਨਾਥ ਗੁੱਗੁਲ, ਯੋਗਰਾਜ ਗੁੱਗੁਲ, ਵਾਤ ਵਿਧਵੰਸਕ ਰਸ ਔਰ ਇੱਥੋਂ ਤੱਕ ਕਿ ਕੁਝ ਇਮਿਊਨੋ ਮੋਡੂਲੇਟਰਸ ਵੀ ਆਯੁਰਵੇਦ 'ਚ ਯੂਜ਼ ਹੁੰਦੇ ਆ ਜਿਵੇਂ ਵਸੰਤ ਮਾਲਤੀ ਰਸ ਜਾਂ ਮਹਾਵਾਤ ਗੁਜਾਂਕੁਸ਼ ਰਸ ਜਾਂ ਯੋਗੇਂਦਰ ਰਸ ਵਰਗੀਆਂ ਦਵਾਈਆਂ ਵੀ ਕਈ ਵਾਰੀ ਯੂਜ਼ ਕਰਨੀਆਂ ਪੈਂਦੀਆਂ ਡਿਪੈਂਡਿੰਗ ਅਪੋਨ ਕਿ ਉਹਦਾ ਰੋਗ ਕਿਸ ਕੈਟਾਗਰੀ 'ਚ ਆ ਰਿਹਾ, ਉਹਦੀ ਕਿਹੜੀ ਸਟੇਜ ਹੈ, ਉਹ ਸਟੇਜ 1 ਤੇ ਹੈ, ਸਟੇਜ 2 ਤੇ ਹੈ, ਸਟੇਜ 3 ਤੇ ਹੈ, ਉਹਦਾ ਰੋਗ 1 ਸਾਲ ਪੁਰਾਣਾ ਹੈ, 4 ਸਾਲ ਪੁਰਾਣਾ ਹੈ ਜਾਂ 20 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ, ਜਾਂ ਉਹ ਕਿੰਨਾ ਕੁ ਕਮਜ਼ੋਰ ਹੈ ਮਰੀਜ਼, ਜਾਂ ਉਹਦੀ ਜਿਹੜੀ ਸਹਿਣ ਸ਼ਕਤੀ ਉਹ ਕਿੰਨੀ ਕੁ ਹੈ, ਜਾਂ ਉਹਦਾ ਜਿਹੜਾ HB ਹੈ ਉਹ ਕਿੰਨਾ ਹੈ, ਉਹਦੇ ਅੰਦਰ ਖੂਨ ਬਣ ਰਿਹਾ ਨਹੀਂ ਬਣ ਰਿਹਾ, ਉਹਦੀ ਡਾਈਜੈਸ਼ਨ ਦਾ ਕੀ ਪ੍ਰੋਸੈਸ ਹੈ, ਉਹਦਾ ਡਾਈਜੈਸ਼ਨ ਠੀਕ ਹੈ ਜਾਂ ਨਹੀਂ ਠੀਕ ਹੈ। ਬਹੁਤ ਸਾਰੇ ਫੈਕਟਰਸ ਹੈ ਇਹ ਵੀ ਜਿਹੜਾ ਰੋਗ ਹੈ ਉਹ डिलीवरी तो इमीडिएटली बाद होया, डिलीवरी तो 2 साल बाद होया है, क्योंकि बहुत सारे गठीए के अजिहे मरीज़ भी मेरे को इस क्लिनिक पे आए हैं जिन्हों का जोड़ों का दर्द और स्टिफनेस वो बच्चा पैदा होने तो 6 महीने बाद शुरू हो गया, किसी को साल तो बाद शुरू हो गया, किसी को 8-9 महीने बाद शुरू हो गया। और ये जरूरी नहीं होंदा कि गठीआ वाई दे विच लैब के टैसट उन्होंने सिग्नीफाई कर देन, कि हाँ ये रियूमेटॉइड आर फैक्टर इहदा पॉजिटिव है तो ये है ही है। कई बार असीं भी देख रहे हैं कि आर नेगेटिव है पर फिर भी पेशेंट जिहड़ा उस साधारण दवाइयां नूं रिस्पॉन्ड ही नहीं कर रहा, उहदे अंदर जिहड़ा विश इन्ना इकट्ठा हो जाता है कि वो रियूमेटॉइड आर्थराइटिस के सिम्पटम्स दिंदा है और रियूमेटॉइड आर्थराइटिस ਦੀਆਂ ਦਵਾਈਆਂ ही उस 'ते कारगर ਹੁੰਦੀਆਂ। यानी गठीआ वाई ਨੂੰ कई तरीक़िਆਂ ਨਾਲ और उसनूं बड़े ध्यान नाल देख के और ਉਹਦੀ ਜਿਹੜੀ रोग ਦੀ जो मिकदार है, रोगी की जो तासीर है, वो किस तरह की रहन सहन प्रैफर करता है, ਉਹਦੇ खाण पीण का ढंग की है, वो 8-9 घंटे की जॉब कर रहा है, सारा दिन घर विहला बैठा है, वो रोग ਦੇ ਵਿੱਚ ਉਹਦਾ मानसिक लक्षण की है कि वो मन ਉਹਦਾ कमज़ोर है, मन मजबूत है, कि वो डिप्रैसिव है या वो बहुत ज़्यादा स्ट्रैस लैंदा है या हमेशा खुश मिजाज रहिंदा है। इन्नियां सारियां फैक्टर्स नूं ध्यान 'ਚ रखना पैंदा है तां जाके मरीज़ का इलाज हो सकता है। जिहड़े कुछ आपां देखदे हां कि कुछ यूट्यूब तो या WhatsApp तो आपां फॉर्मूले ले लैंदे हां, कई बारी फॉर्मूले फ़ायदा कर जाते हैं, बहुत मुबारक गल है, पर कई बार फ़ायदा नहीं होंदा, उल्टा गठीआ के मरीज़ों को ज़्यादा नुकसान हो जाता है। खास तौर पर मैं मरीज़ों के ये चीज़ देखी है कि जिहड़े
ਕੋਈ ਫਾਰਮੂਲੇ ਦੇਖ ਕੇ ਕੋਈ ਤੇਲ ਮਲਣ ਲੱਗ ਜਾਂਦੇ ਆ। ਤੁਹਾਨੂੰ ਸ਼ਾਇਦ ਗਿਆਨ ਨਾ ਹੋਵੇ, ਰੂਮੇਟਾਇਡ ਆਰਥਰਾਈਟਿਸ ਗਠੀਆ ਦੇ ਵਿੱਚ ਤੇਲ ਮਾਲਿਸ਼ ਨਹੀਂ ਕੀਤੀ ਜਾਣੀ ਚਾਹੀਦੀ ਜਦ ਤੱਕ ਕਿ ਰੋਗੀ ਦਾ ਜਿਹੜਾ ਅੰਦਰੋਂ ਜਿਹੜਾ ਜ਼ਹਿਰੀਲਾ ਮਾਦਾ ਉਹ ਨਿਊਟਰਲ ਨਹੀਂ ਹੋ ਜਾਂਦਾ, ਅੰਦਰੋਂ ਖਤਮ ਨਹੀਂ ਹੋ ਜਾਂਦਾ। ਸੋ ਜਦੋਂ ਅਸੀਂ ਜ਼ਹਿਰੀਲਾ ਮਾਦਾ ਸਰੀਰ ਤੋਂ ਹੌਲੀ ਹੌਲੀ ਕੱਢਦੇ ਹਾਂ ਤਾਂ ਉਹਦੇ 'ਚ ਡਿਟੌਕਸੀਫਿਕੇਸ਼ਨ ਦਾ ਜਾਂ ਸਰੀਰ ਨੂੰ ਸ਼ੁੱਧ ਕਰਨ ਦਾ ਵੀ ਬੜਾ ਮਹੱਤਵ ਵੱਧ ਜਾਂਦਾ ਹੈ, ਔਰ ਅਗਨੀਆਂ ਨੂੰ ਦੀਪਤ ਕਰਨ ਦਾ ਯਾਨੀ ਤੁਹਾਡੀ ਡਾਈਜੈਸਟਿਵ ਫਾਇਰਸ ਨੂੰ ਇੰਪਰੂਵ ਕਰਨ ਦਾ ਵੀ ਜਿਹੜਾ ਹੈ ਉਹ ਬੜਾ ਮਹੱਤਵ ਵੱਧ ਜਾਂਦਾ ਹੈ। ਇਹ ਦੇਖਣਾ ਪੈਂਦਾ ਹੈ ਕਿ ਉਹਦੀ ਸਟਮਕ ਦੇ ਵਿੱਚ ਸੋਜ ਤਾਂ ਨਹੀਂ ਹੈ, ਕਿ ਉਹਦੇ ਲੀਵਰ ਦੇ ਵਿੱਚ ਕਮਜ਼ੋਰੀ ਤਾਂ ਨਹੀਂ ਹੈ, ਕਿ ਭੋਜਨ ਜਿਹੜਾ ਸਹੀ ਤਰ੍ਹਾਂ ਪਚ ਰਿਹਾ ਜਾਂ ਨਹੀਂ ਪਚ ਰਿਹਾ, ਕਿ ਉਹਦੀ ਪੇਟ ਦੀ ਸਫਾਈ ਰੋਜ਼ ਹੋ ਰਹੀ ਹੈ, ਕਿ ਉਹਦੇ ਕੋਲੋਨ ਦੇ ਵਿੱਚ ਗੰਦਗੀ ਇਕੱਠੀ ਹੋ ਜਾਂਦੀ ਹੈ। ਸੋ ਇਹ ਫੈਕਟਰਸ ਵੀ ਬੜੇ ਧਿਆਨ ਨਾਲ ਰੱਖ ਕੇ ਫਿਰ ਉਹ ਗਠੀਆ ਦਾ ਜਿਹੜਾ ਮਰੀਜ਼ ਹੈ ਉਹਦਾ ਇਲਾਜ ਕਰਨਾ ਪੈਂਦਾ ਹੈ। ਦੂਸਰੀ ਕੈਟਾਗਰੀ ਹੈ ਓਸਟੀਓਆਰਥਰਾਈਟਿਸ, ਜਾਂ ਜਿਹਨੂੰ ਆਪਾਂ ਆਮ ਤੌਰ ਤੇ ਵਾਈ ਦਾ ਦਰਦ ਕਹਿ ਦਿੰਦੇ ਹਾਂ। ਵੀ ਮੇਰੇ ਚਲਦੇ ਹੋਏ ਜੀ ਮੇਰੇ ਗੋਡੇ ਬੜੇ ਪੀੜ ਹੁੰਦੇ ਆ, ਜਦੋਂ ਮੈਂ ਉੱਠਦਾ ਤੇ ਮੇਰੇ ਤੋਂ ਤੁਰਿਆ ਨਹੀਂ ਜਾਂਦਾ, ਮੇਰੇ ਗੋਡੇ 'ਚ ਟੀਸ ਪੈਂਦੀ ਹੈ ਤੇ ਉਹਦਾ ਯੂਰਿਕ ਐਸਿਡ ਵੀ ਨਾਰਮਲ ਆ ਰਿਹਾ, ਤਾਂ ਉੱਥੇ ਸੰਭਾਵਨਾ ਇਹੋ ਹੀ ਹੁੰਦੀ ਹੈ ਕਿ ਉਹਨੂੰ ਓਸਟੀਓਆਰਥਰਾਈਟਿਸ ਹੈ, ਜਿਹੜਾ ਕਿ ਸਮੇਂ ਦੇ ਨਾਲ ਉਮਰ ਦੇ ਨਾਲ ਵੱਧਦਾ ਜਾਂਦਾ ਹੈ। ਦੂਸਰਾ ਇਹਦੇ 'ਚ ਇੱਕ ਹੋਰ ਪ੍ਰਧਾਨ ਲੱਛਣ ਇਹ ਹੁੰਦਾ ਹੈ ਕਿ ਆਵਾਜ਼ ਕੱਟ ਕਰਨੀ ਹੈ, ਮਤਲਬ ਜੋੜਾਂ ਦੇ ਵਿੱਚ ਆਵਾਜ਼ਾਂ ਆਉਣੀਆਂ, ਔਰ ਜਦੋਂ ਆਪਾਂ ਕੰਮ 'ਚ ਰੁੱਝ ਗਏ ਫਿਰ ਉਹ ਦਰਦ ਘਟ ਜਾਂਦਾ ਹੈ, ਪਰ ਜਦੋਂ ਆਪਾਂ ਵੇਸਲੇ ਹੋ ਕੇ ਬੈਠ ਗਏ ਜਾਂ ਸਵੇਰੇ ਉੱਠੇ ਤਾਂ ਉਦੋਂ ਦਰਦ ਵਧਿਆ ਹੁੰਦਾ ਹੈ, ਨਾਲ ਤਣਾਅ ਖਿਚਾਓ ਵਧਿਆ ਹੁੰਦਾ ਹੈ, ਜਿਹਨੂੰ ਆਪਾਂ ਕਿ ਸਟਿਫਨੈਸ ਵੀ ਕਹਿੰਦੇ ਹਾਂ। ਜੇ ਸਟਿਫਨੈਸ ਥੋੜੀ ਦੇਰ ਬਾਅਦ ਠੀਕ ਹੋ ਜੇ ਔਰ ਬੰਦਾ ਆਪਣਾ ਸਰੀਰ ਜਦੋਂ ਰਵਾਂ ਕਰ ਲੇ, ਘੰਟੇ 2 ਘੰਟੇ ਬਾਅਦ ਉਹ ਬਾਕੀ ਦੇ ਦਿਨ ਲਈ ਐਕਟਿਵ ਰਹੇ, ਤਾਂ ਇਹਦਾ ਮਤਲਬ ਉਹ ਓਸਟੀਓਆਰਥਰਾਈਟਿਸ ਹੈ ਸ਼ਿਓਰਲੀ। ਉਹਦੇ 'ਚ ਫਿਰ ਗਠੀਆ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ, ਨਹੀਂ ਤਾਂ ਗਠੀਆ ਦੇ ਵੀ ਟੈਸਟ ਕਰਾਉਣੇ ਪੈਂਦੇ ਆ। ਓਸਟੀਓਆਰਥਰਾਈਟਿਸ ਦੇ ਵਿੱਚ ਧਿਆਨ ਦੇਣ ਵਾਲੀਆਂ ਗੱਲਾਂ ਇਹ ਹੁੰਦੀਆਂ ਕਿ ਅਸੀਂ ਰੈਸਟੋਰੇਸ਼ਨ ਕਰਨੀ ਹੁੰਦੀ ਹੈ ਜੁਆਇੰਟ ਦੀ ਮੂਵਮੈਂਟਸ ਨੂੰ ਇੰਪਰੂਵ ਕਰਨਾ ਹੁੰਦਾ ਹੈ। ਦੂਸਰਾ ਖੁਰਾਕੀ ਤੱਤਾਂ ਨੂੰ ਇੰਪਰੂਵ ਕਰਨਾ ਹੁੰਦਾ ਹੈ। ਅਸੀਂ ਅਜਿਹੀ ਦਵਾਈਆਂ ਦੇਣੀਆਂ ਹੁੰਦੀਆਂ ਕਿ ਜਿਹੜੇ ਟਿਸ਼ੂ ਡੈਮੇਜ ਹੋ ਰਿਹਾ ਹੈ ਓਸਟੀਓਆਰਥਰਾਈਟਿਸ ਦਾ, ਉਹ ਟਿਸ਼ੂ ਡੈਮੇਜ ਰੁਕੇ। ਉਹ ਜਿਹੜੇ ਕੈਪਸੂਲਸ ਹੈ, ਜਿਹੜੀ ਅੰਦਰ ਝਿੱਲੀਆਂ ਨੇ, ਉਹਨਾਂ ਦੀ ਜਿਹੜੀ ਟੁੱਟਪਨ ਹੈ ਉਹਦੇ ਉੱਤੇ ਪੋਸ਼ਣ ਹੋਵੇ ਔਰ ਟੁੱਟਪਨ ਜਿਹੜੀ ਹੈ ਉਹ ਘਟੇ। ਆਮ ਤੌਰ ਤੇ ਵਿਟਾਮਿਨ ਡੀ ਤੇ ਕੈਲਸ਼ੀਅਮ ਦੀ ਕਮੀ ਵੀ ਇੱਕ ਬਹੁਤ ਹੀ ਵੱਡਾ ਕਾਰਨ ਹੈ ਓਸਟੀਓਆਰਥਰਾਈਟਿਸ ਦਾ, ਤਾਂ ਸਾਨੂੰ ਵਿਟਾਮਿਨ ਡੀ ਦੇ ਸਪਲੀਮੈਂਟ ਵੀ ਦੇਣੇ ਪੈਂਦੇ ਆ। ਵੈਸੇ ਮੈਂ ਆਪਣੇ ਨਿੱਜੀ ਤੌਰ ਤੇ ਕਲੀਨਿਕ 'ਚ ਕੋਸ਼ਿਸ਼ ਕਰਦਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ, ਮਰੀਜ਼ਾਂ ਨੂੰ ਦੱਸਾਂ ਕਿ ਤੁਸੀਂ ਸੂਰਜ ਦੀ ਧੁੱਪ ਲਓ 15 ਮਿੰਟ ਸਵੇਰੇ ਜਾਂ 10-15 ਮਿੰਟ ਸ਼ਾਮ ਨੂੰ ਢਲਦੇ ਵੇਲੇ, ਤਾਂ ਕਿ ਤੁਹਾਡੇ ਅੰਦਰ ਨੈਚੁਰਲ ਵਿਟਾਮਿਨ ਡੀ ਬਣੇ, ਕਿਉਂਕਿ ਉਹਦੀ ਕੋਈ ਰੀਸ ਨਹੀਂ ਹੈ। ਫਿਰ ਵੀ ਕਈ ਵਾਰੀ ਵਿਟਾਮਿਨ ਡੀ ਸਾਨੂੰ ਪ੍ਰਿਸਕ੍ਰਾਈਬ ਕਰਨਾ ਪੈ ਜਾਂਦਾ ਹੈ। ਇਸ ਤੋਂ ਇਲਾਵਾ ਕੈਲਸ਼ੀਅਮ ਤੋਂ ਬਣੀਆਂ ਹੋਈਆਂ ਦਵਾਈਆਂ ਯੂਜ਼ ਕਰਨੀਆਂ ਚਾਹੀਦੀਆਂ। ਆਯੁਰਵੇਦ 'ਚ ਬਹੁਤ ਹੀ ਅੱਛੀਆਂ ਦਵਾਈਆਂ ਨੇ ਓਸਟੀਓਆਰਥਰਾਈਟਿਸ ਦੇ ਲਈ, ਜਿਹਦੇ 'ਚ ਵਾਤ ਵਿਧਵੰਸਕ ਰਸ ਬਹੁਤ ਅੱਛਾ ਹੈ, ਕਸ਼ੋਰ ਗੁੱਗਲ ਬਹੁਤ ਅੱਛਾ ਹੈ, ਯੋਗਰਾਜ ਗੁੱਗਲ ਬਹੁਤ ਅੱਛਾ ਕੰਮ ਕਰਦਾ ਹੈ, ਔਰ ਨਾਲ ਹੀ ਕਈ ਤਰ੍ਹਾਂ ਦੀਆਂ ਅਜਿਹੀਆਂ ਮੈਡੀਸਨਸ ਜਿਹੜੀਆਂ ਕਿ ਜੁਆਇੰਟਸ ਦੇ ਵਿੱਚ ਕੈਲਸ਼ੀਅਮ ਔਰ ਫਾਸਫੋਰਸ ਇਹਨਾਂ ਨੂੰ ਵਧੀਆ ਤਰੀਕੇ ਨਾਲ ਅੰਦਰ ਜੋੜਾਂ ਦੇ ਵਿੱਚ ਉਹਦੀ ਕਮੀ ਨੂੰ ਦੂਰ ਕਰਦੀਆਂ, ਤਾਂ ਕਿ ਜਿਹੜਾ ਜੋੜ ਹੈ ਉਹ ਮਜ਼ਬੂਤ ਹੋ ਜਾਏ। ਔਰ ਮੇਰੀ ਤਾਂ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਔਸ਼ਧੀਆਂ ਦਿੱਤੀਆਂ ਜਾਣ ਜਿਹਦੇ ਨਾਲ ਪੱਠੇ ਵੀ ਮਜ਼ਬੂਤ ਹੋਣ, ਲਿਗਾਮੈਂਟਸ ਵੀ ਮਜ਼ਬੂਤ ਹੋਣ, ਜਿਸ ਦੇ ਵਿੱਚ ਅਸ਼ਵਗੰਧਾ ਰਿਸ਼ਟ ਬਹੁਤ ਇੰਪੋਰਟੈਂਟ ਹੈ, ਮਹਾਰਾਸਨਾ ਦੀ ਕੁਆਥ ਇੱਕ ਬਹੁਤ ਅੱਛੀ ਦਵਾਈ ਹੈ। ਇਸ ਤਰ੍ਹਾਂ ਹੋਰ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਜਿਹੜੀ ਕਿ ਰੋਗ ਦੀ ਅਵਸਥਾ ਔਰ ਰੋਗ ਦੇ ਜੋ ਉਹਦੀ ਮੈਨੀਫੈਸਟੇਸ਼ਨਸ ਹੈ ਔਰ ਰੋਗ ਕਿੰਨਾ ਪੁਰਾਣਾ ਹੈ, ਇਸ ਦੇ ਆਧਾਰ ਤੇ ਦਵਾਈਆਂ ਦਾ ਨਿਰਧਾਰਨ ਹੁੰਦਾ ਹੈ। ਕਦੀ ਵੀ ਲਕੀਰ ਦੇ ਫਕੀਰ ਬਣ ਕੇ ਇੱਕੋ ਦਵਾਈ ਸਾਰਿਆਂ ਤੇ ਲਗਾਣੀ ਜਾਂ ਇੱਕੋ ਤਰ੍ਹਾਂ ਦੇ ਫਾਰਮੂਲੇ ਨੂੰ ਸਾਰਿਆਂ ਤੇ ਲਗਾਉਣਾ ਉਚਿਤ ਨਹੀਂ ਹੁੰਦਾ। ਤੀਸਰਾ ਜਿਹੜਾ ਆਰਥਰਾਈਟਿਸ ਹੈ, ਡੈਟ ਇਜ਼ ਡਿਊ ਟੂ ਯੂਰਿਕ ਐਸਿਡ। ਉਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਯੂਰਿਕ ਐਸਿਡ ਜਿਹੜਾ ਹੈ ਉਹ ਪ੍ਰੋਟੀਨ ਜਦੋਂ ਆਪਾਂ ਜ਼ਿਆਦਾ ਖਾਣ ਲੱਗ ਜਾਂਦੇ ਹਾਂ, ਜਾਂ ਅਸੀਂ ਆਪਣੇ ਸਰੀਰ ਦਾ ਸ਼ੋਧਨ ਨਹੀਂ ਕਰਦੇ, ਜਾਂ ਅਸੀਂ ਬਹੁਤ ਜ਼ਿਆਦਾ ਮੀਟ, ਅੰਡਾ ਜਾਂ ਸ਼ਰਾਬ ਔਰ ਮਸਰੀ ਦਾਲ, ਗਰਮ ਚੀਜ਼ਾਂ ਜਿਹਨੂੰ ਆਪਾਂ ਤਾਸੀਰ 'ਚ ਗਰਮ ਚੀਜ਼ਾਂ ਕਹਿ ਦਿੰਦੇ ਹਾਂ, ਉਹ ਆਪਾਂ ਜ਼ਿਆਦਾ ਖਾਂਦੇ ਹਾਂ, ਤਾਂ ਉਹਦੇ ਨਾਲ ਸਾਡੇ ਅੰਦਰ ਯੂਰਿਕ ਐਸਿਡ ਜਿਹੜਾ ਜੰਮਣਾ ਸ਼ੁਰੂ ਹੋ ਜਾਂਦਾ ਹੈ। ਔਰ ਇੱਕ ਸਟੇਜ ਆਉਂਦੀ ਜਦੋਂ ਇਹ ਆਪਣੀ ਇੱਕ ਥ੍ਰੈਸ਼ਹੋਲਡ ਵੈਲਿਊ ਤੋਂ ਉੱਪਰ ਚਲਾ ਜਾਂਦਾ ਹੈ, ਤਾਂ ਜੁਆਇੰਟਸ 'ਚ ਜੰਮ ਕੇ ਫਿਰ ਇਹ ਤਿੱਖਾ ਦਰਦ ਲਾਉਂਦਾ ਹੈ। ਅਤੇ ਇਹਦੇ ਵਿੱਚ ਕੋਸ਼ਿਸ਼ ਇਹੀ ਹੋਣੀ ਚਾਹੀਦੀ ਵੀ ਅਸੀਂ ਹਰੀਆਂ ਸਬਜ਼ੀਆਂ ਜ਼ਿਆਦਾ ਖਾਈਏ, ਕੁਝ ਸਮੇਂ ਲਈ ਅੰਡਾ, ਮੀਟ, ਮਾਸ ਬਿਲਕੁਲ ਬੰਦ ਕਰ ਦਈਏ, ਦਾਲਾਂ ਦਾ ਪ੍ਰਯੋਗ ਬਹੁਤ ਘਟਾ ਦਈਏ, ਸਰੀਰ ਦਾ ਸ਼ੋਧਨ ਕਰਾਈਏ, ਔਰ ਕਿਸੇ ਯੋਗ ਵੈਦ ਤੋਂ ਜਿਹੜਾ ਕਿ ਰਜਿਸਟਰਡ ਹੋਵੇ, ਜਿਹੜਾ ਕਿ BAMS ਡਾਕਟਰ ਹੋਵੇ, ਆਪਣੇ ਸ਼ਹਿਰ ਦੇ ਕਿਸੇ ਵੀ ਅੱਛੇ ਇਸ ਤਰ੍ਹਾਂ ਦੇ ਆਯੁਰਵੈਦਿਕ ਡਾਕਟਰ ਤੋਂ ਤੁਸੀਂ ਜਦੋਂ ਇਲਾਜ ਕਰਾਓਗੇ ਤਾਂ ਤੁਹਾਨੂੰ ਬਿਲਕੁਲ ਆਰਾਮ ਆਏਗਾ। ਇਸ ਦੇ ਵਿੱਚ ਕਈ ਵਾਰੀ ਡਾਇਰੈਟਿਕਸ ਵੀ ਦੇਣੇ ਪੈਂਦੇ ਆ, ਜਿਹਦੇ ਨਾਲ ਤੁਹਾਡੇ ਕਿਡਨੀਆਂ ਸਾਫ਼ ਹੋ ਜਾਣ, ਤਾਂ ਕਿ ਕਿਡਨੀ ਦੇ ਵਿੱਚ ਕੋਈ ਯੂਰਿਕ ਐਸਿਡ ਅੰਦਰ ਜਮ੍ਹਾਂ ਨਾ ਹੋਏ। ਔਰ ਡਾਇਰੈਟਿਕਸ ਦੇ ਵਿੱਚ ਚੰਦਰਪ੍ਰਭਾ ਵਟੀ ਵੀ ਦਿੱਤੀ ਜਾ ਸਕਦੀ ਹੈ, ਯਵਕਸ਼ਾਰ ਦਿੱਤਾ ਜਾ ਸਕਦਾ ਹੈ,
ਗੋਮੂਤਰ ਆਦि ਕੈਪਸੂਲ ਦਿੱਤਾ ਜਾ ਸਕਦਾ ਹੈ, ਗੋਮੂਤਰ ਤੋਂ ਬਣਿਆ ਹੋਇਆ। ਪੁਨਰਨਵਾਦੀ ਮੰਡੂਰ ਮੈਂ ਬਹੁਤ ਯੂਜ਼ ਕਰਵਾਉਣਾ, ਉਹ ਵੀ ਇੱਕ ਤਰ੍ਹਾਂ ਦਾ ਡਾਇਰੈਟਿਕ ਹੁੰਦਾ, ਮਾਈਲਡ ਹੁੰਦਾ ਡਾਇਰੈਟਿਕ। ਇਸੇ ਤਰ੍ਹਾਂ ਪੁਨਰਨਵਾ ਸਵਰਸ ਤੇ ਐਲੋਵੇਰਾ ਦਾ ਕੰਬੀਨੇਸ਼ਨ ਵੀ ਦਿੱਤਾ ਜਾ ਸਕਦਾ ਹੈ, ਜੋ ਕਿ ਯੂਰਿਕ ਐਸਿਡ ਨੂੰ ਆਪਣੇ ਸਰੀਰ ਚੋਂ ਕੱਢ ਦਿੰਦਾ ਹੈ। ਔਰ 20-25 ਦਿਨ ਤਾਂ ਲੱਗ ਕੇ ਦਵਾਈ ਖਾਣੀ ਚਾਹੀਦੀ ਹੈ, ਬਲਕਿ ਜੇ ਥੋੜਾ ਪੁਰਾਣਾ ਹੋਵੇ ਤਾਂ 2 ਮਹੀਨੇ 3 ਮਹੀਨੇ ਵੀ ਖਾਣੀ ਪਏ ਤਾਂ ਕੋਈ ਹਰਜ ਨਹੀਂ ਹੈ। ਔਰ ਪਰਹੇਜ਼ ਤਾਂ ਕਰਨਾ ਹੀ ਚਾਹੀਦਾ। ਸੋ ਇਹਨਾਂ ਗੱਲਾਂ ਦੇ ਨਾਲ ਮੈਂ ਇਸ ਵੀਡੀਓ ਨੂੰ ਸਮਾਪਤ ਕਰਦਾ। ਉਮੀਦ ਹੈ ਕਿ ਤੁਹਾਨੂੰ ਗਠੀਆ, ਵਾਈ, ਯੂਰਿਕ ਐਸਿਡ ਦੀਆਂ ਦਰਦਾਂ, ਇਸ ਦੇ ਉੱਤੇ ਕਾਫੀ ਚਾਨਣਾ ਪਿਆ ਹੋਵੇਗਾ। ਸਰਵਾਈਕਲ ਦੀ ਪੇਨ ਜਿਹੜੀ ਕਿ ਆਮ ਤੌਰ ਤੇ ਬਹੁਤ ਕਾਮਨ ਹੈ, ਉਹਦਾ ਸੰਬੰਧ ਆਸਟੀਓਆਰਥਰਾਈਟਿਸ ਨਾਲ ਹੈ। ਆਮ ਤੌਰ ਤੇ ਡੈਟ ਇਜ਼ ਜਿਹੜਾ ਉਹ ਵਾਤਿਕ ਰੋਗ ਹੈ, ਔਰ ਕਿਸੇ ਦੇ ਵਿੱਚ ਉਹ ਆਟੋ ਇਮਿਊਨ ਵੀ ਹੋ ਸਕਦਾ ਹੈ। ਉਹਦੇ 'ਚ ਇੰਡੀਕੇਸ਼ਨ ਇਹ ਹੁੰਦੀ ਹੈ ਕਿ ਉਹਨੂੰ ਸਟਿਫਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਔਰ ਉਹ ਠੀਕ ਨਹੀਂ ਹੁੰਦੀ। ਦੂਸਰਾ, ਉਹਦਾ ਜਿਹੜਾ ਐਂਡੋਪਲਾਜ਼ਮਿਕ ਸੈਡੀਮੈਂਟੇਸ਼ਨ ਰੇਟ ਹੈ ESR, ਉਹ ਵਧਿਆ ਹੋਇਆ ਹੁੰਦਾ ਹੈ। ਔਰ ESR ਨੂੰ ਹਮੇਸ਼ਾ ਧਿਆਨ 'ਚ ਰੱਖਣਾ ਚਾਹੀਦਾ ਹੈ, ਔਰ ਅਸੀਂ ਰੱਖਦੇ ਹਾਂ। ਔਰ ਜਿਹੜੇ ਬਾਕੀ ਯੋਗ ਡਾਕਟਰ ਨੇ ਉਹ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਦੇ ਹਨ ਕਿ ESR ਜਿਹੜਾ ਹੈ ਉਹ ਇੱਕ ਇੰਪੋਰਟੈਂਟ ਇੰਡੀਕੇਟਰ ਹੈ ਕਿ ਅਸੀਂ ਜਿਹੜਾ ਇਲਾਜ ਹੈ ਉਹ ਕਿਸ ਤਰੀਕੇ ਨਾਲ ਕਰਨਾ ਹੈ ਔਰ ESR ਨੂੰ ਕਿਵੇਂ ਹੌਲੀ ਹੌਲੀ ਘਟਾਉਣਾ ਹੈ, ਅਪਾਰਟ ਫਰੋਮ ਯੂਰਿਕ ਐਸਿਡ। ਸੋ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਇਹਦਾ ਧਿਆਨ ਰੱਖੋ। ਔਰ ਇੱਧਰ ਉੱਧਰ ਦਵਾਈਆਂ ਕਰਾਉਣ ਨਾਲੋਂ ਹਮੇਸ਼ਾ ਇੱਕ ਰਜਿਸਟਰਡ BMS ਡਾਕਟਰ ਤੋਂ ਇਲਾਜ ਕਰਾਓ ਤੇ ਆਪਣਾ ਪਰਹੇਜ਼ ਵੀ ਰੱਖੋ, ਕਿਉਂਕਿ ਜਿਹੜਾ ਗਠੀਆ ਹੈ ਔਰ ਬਾਕੀ ਜਿਹੜੇ ਜੋੜਾਂ ਦੇ ਦਰਦਾਂ ਨੇ, ਇਹ ਹਮੇਸ਼ਾ ਪ੍ਰੋਗਰੈਸਿਵ ਰਹਿੰਦੀਆਂ ਨੇ, ਹੌਲੀ ਹੌਲੀ ਸਮੇਂ ਦੇ ਨਾਲ ਵੱਧਦੀਆਂ ਨੇ। ਤੇ ਇਹਨਾਂ ਨੂੰ ਰਿਟੇਨ ਕਰਨਾ ਔਰ ਆਪਣੀ ਲਾਈਫ ਦੀ ਕੁਆਲਿਟੀ ਨੂੰ ਇੰਪਰੂਵ ਕਰਨਾ, ਇਹੀ ਸਾਡਾ ਮਕਸਦ ਹੁੰਦਾ ਹੈ। ਤੇ ਆਪਣੇ ਗੋਡਿਆਂ ਨੂੰ, ਆਪਣੇ ਸ਼ੋਲਡਰਸ ਨੂੰ ਬਚਾਉਣਾ ਹੈ ਔਰ ਸਹੀ ਦਵਾਈ ਕਰਨੀ ਹੈ, ਸਹੀ ਐਕਸਰਸਾਈਜ਼ਿਸ ਕਰਨੀ ਹੈ, ਆਪਣਾ ਡੇਲੀ ਰੂਟੀਨ ਅੱਛਾ ਰੱਖਣਾ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ ਹੈ, ਆਪਣੇ ਮਨ ਨੂੰ ਵੀ ਪ੍ਰਫੁੱਲਿਤ ਰੱਖਣਾ ਹੈ, ਕਿਉਂਕਿ ਜੇ ਅਸੀਂ ਬਹੁਤ ਜ਼ਿਆਦਾ ਸਟ੍ਰੈਸ ਲਾਂਗੇ ਤਾਂ ਸਾਡੇ ਹਾਰਮੋਨਲ ਇੰਬੈਲੈਂਸਿਸ ਹੋਣਗੇ ਐਂਡ ਦੇ ਵਿਲ ਆਲਸੋ ਕੰਟਰੀਬਿਊਟ ਟੂ ਇਨਕਰੀਜ਼ ਇਨ ਇਨਫਲੇਮੇਸ਼ਨਸ। ਉਹਦੇ ਨਾਲ ਸਾਡੇ ਅੰਦਰ ਸੋਜਾਂ ਵੱਧ ਜਾਣਗੀਆਂ। ਸੋ ਹਮੇਸ਼ਾ ਮਨ ਨੂੰ ਪ੍ਰਫੁੱਲਿਤ ਰੱਖੋ, ਸ਼ੁਕਰਾਨੇ 'ਚ ਰਹੋ। ਸਾੜ, ਗੁੱਸਾ, ਗਿਲਾ, ਰੋਸਾ, ਇਸ ਤੋਂ ਜਿੰਨਾ ਬਚ ਸਕੋ ਆਪਣੀ ਆਤਮਾ ਨੂੰ ਬਚਾਓ ਤੇ ਅੱਛੀ ਸੋਬਤ ਕਰੋ, ਅੱਛੀ ਸੋਚ ਰੱਖੋ। ਸੋ ਵਿਸ਼ ਯੂ ਆਲ ਦੀ ਬੈਸਟ। ਵੀਡੀਓ ਅੱਛਾ ਲੱਗਾ ਹੋਵੇ ਤਾਂ ਇਹਨੂੰ ਸ਼ੇਅਰ ਕਰੋ ਤਾਂ ਕਿ ਹੋਰਾਂ ਲੋਕਾਂ ਦਾ ਵੀ ਭਲਾ ਹੋਵੇ, ਉਹਨਾਂ ਨੂੰ ਸਹੀ ਜਾਣਕਾਰੀ ਮਿਲੇ। ਥੈਂਕ ਯੂ ਵੈਰੀ ਮਚ।